Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸਾਸਤ ਜਿਨ ਉਪਾਇਆ। ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ। ਇਹਨਾਂ ਪੰਕਤੀਆਂ ਦੇ ਰਾਹੀਂ ਗੁਰੂ ਜੀ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਹੈ, ਤੇ ਜੇ ਸਾਨੂੰ ਉਹ ਗੱਲ ਸਮਝ ਦੇ ਵਿੱਚ ਆ ਜਾਏ ਤਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਬਹੁਤ ਵਧੀਆ ਤਬਦੀਲੀ ਆ ਸਕਦੀ ਹੈ। ਗੁਰੂ ਜੀ ਕਹਿੰਦੇ ਕਿ ਦੇਵੀ ਦੇਵਾ ਮੂਲ ਹੈ ਮਾਇਆ। ਮਾਇਆ ਸ਼ਬਦ ਤੋਂ ਇੱਥੇ ਅਰਥ ਜੋ ਹੈ ਉਹ ਪੈਸਾ ਨਹੀਂ ਹੈ, ਬਲਕਿ ਸੁੱਖਾਂ ਦੀ ਲਾਲਸਾ ਹੈ ਤੇ ਦੁੱਖਾਂ ਤੋਂ ਛੁਟਕਾਰਾ। ਕਹਿੰਦੇ ਜੋ ਦੇਵੀ ਦੇਵਤਿਆਂ ਦਾ ਮੂਲ ਹੈ, ਮੁੱਢ ਹੈ, ਉਹ ਇਹ ਵਿਚਾਰ ਹੈ ਕਿ ਸੁੱਖਾਂ ਦੀ ਅਸੀਂ ਪ੍ਰਾਪਤੀ ਕਰਨੀ ਹੈ, ਦੁੱਖਾਂ ਦਾ ਅਸੀਂ ਨਿਪਟਾਰਾ ਕਰਨਾ। ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਉਣ, ਦੁੱਖ ਨਾ ਆਉਣ, ਇਸੇ ਵਿਚਾਰ ਦੇ ਆਧਾਰ ਤੇ ਦੇਵੀ ਦੇਵਤਿਆਂ ਦੀ ਉਤਪਤੀ ਹੋਈ ਹੈ। ਇਸੇ ਵਿਚਾਰ ਦੇ ਆਧਾਰ ਤੇ ਦੇਵੀ ਦੇਵਤੇ ਰਚੇ ਗਏ ਨੇ। ਇਹ ਜੋ ਦੇਵੀ ਦੇਵਤੇ ਨੇ ਇਹ ਸਾਡੇ ਇਤਿਹਾਸ ਦੇ ਫਿਗਰ ਨਹੀਂ ਨੇ। ਬਹੁਤ ਥੋੜ੍ਹੇ ਇਨਸਾਨ ਨੇ ਜਿਨ੍ਹਾਂ ਨੂੰ ਦੇਵੀ ਦੇਵਤੇ ਮੰਨਿਆ ਜਾਂਦਾ ਤੇ ਜਿਹੜੇ ਐਕਚੁਅਲ ਦੇ ਵਿੱਚ ਇਤਿਹਾਸ ਦੇ ਵਿੱਚ ਉਹਨਾਂ ਦਾ ਜ਼ਿਕਰ ਹੈ, ਪਰ ਜ਼ਿਆਦਾਤਰ ਦਾ ਇਤਿਹਾਸ ਦੇ ਵਿੱਚ ਕੋਈ ਜ਼ਿਕਰ ਨਹੀਂ ਆਉਂਦਾ। ਇਹ ਮਨੁੱਖ ਦੀ ਕੱਢੀ ਹੋਈ ਕਾਢ ਹੈ ਤੇ ਕਾਰਨ ਹੈ ਮਾਇਆ, ਕਾਰਨ ਹੈ ਸੁੱਖਾਂ ਦੀ ਪ੍ਰਾਪਤੀ, ਦੁੱਖਾਂ ਤੋਂ ਛੁਟਕਾਰਾ। ਕਿ ਦੇਵੀ ਦੇਵਤਾ ਅਸੀਂ ਰਚ ਲਿਆ, ਉਹਦੇ ਅੱਗੇ ਜਾ ਕੇ ਹੁਣ ਅਸੀਂ ਅਰਦਾਸ ਕਰ ਸਕਦੇ ਹਾਂ ਕਿ ਸਾਨੂੰ ਸੁੱਖ ਪ੍ਰਾਪਤੀ ਹੋਵੇ ਤੇ ਦੁੱਖ ਸਾਡੀ ਜ਼ਿੰਦਗੀ ਦੇ ਵਿੱਚੋਂ ਚਲੇ ਜਾਣ। ਇੱਕ ਘਾੜਤ ਘੜ ਲਈ ਕਿ ਜਿਸ ਦੇ ਅੱਗੇ ਜਾ ਕੇ ਅਸੀਂ ਬੋਲ ਸਕੀਏ, ਆਪਦੀ ਦਿਲ ਦੀ ਜੋ ਵਿਥਾ ਹੈ ਉਹ ਸੁਣਾ ਸਕੀਏ। ਤੇ ਇੱਕ ਯਕੀਨ ਸੀ ਉਸ ਵਿਚਾਰ ਦੇ ਵਿੱਚ ਕਿ ਜੇਕਰ ਅਸੀਂ ਅਜਿਹਾ ਕਰਾਂਗੇ ਤਾਂ ਸਾਡੀ ਉਹ ਜੋ ਵੀ ਅਸੀਂ ਘਾੜਤ ਘੜੀ ਹੈ ਉਹ ਸਾਡੀ ਗੱਲ ਸੁਣੇਗੀ ਤੇ ਸਾਨੂੰ ਸਾਡੇ ਮੂੰਹ ਮੰਗੇ ਜੋ ਪਦਾਰਥ ਹਨ ਜਾਂ ਮੂੰਹ ਮੰਗੇ ਜੋ ਸੁੱਖ ਹਨ ਉਹ ਦੇਵੇਗੀ। ਤੇ ਸਿਮਰਤ ਸਾਸਤ ਜਿਨ ਉਪਾਇਆ, ਕਿ ਜਿਹੜੀ ਮਾਇਆ ਨੇ, ਜਿਹੜੇ ਵਿਚਾਰ ਨੇ ਦੇਵੀ ਦੇਵਤੇ ਪੈਦਾ ਕੀਤੇ, ਉਸੇ ਵਿਚਾਰ ਨੇ ਹੀ ਸਮਿਰਤੀਆਂ ਤੇ ਸ਼ਾਸਤਰ ਪੈਦਾ ਕੀਤੇ ਜਿਨ੍ਹਾਂ ਦੇ ਵਿੱਚ ਕੀ ਧਾਰਮਿਕ ਕਰਮਕਾਂਡ ਦੱਸੇ ਗਏ ਨੇ। ਤੇ ਧਾਰਮਿਕ ਕਰਮਕਾਂਡਾਂ ਦਾ ਮਕਸਦ ਵੀ ਸੁੱਖਾਂ ਦੀ ਪ੍ਰਾਪਤੀ ਤੇ ਦੁੱਖਾਂ ਤੋਂ ਛੁਟਕਾਰਾ ਹੀ ਹੁੰਦਾ ਹੈ। ਤੁਸੀਂ ਸੋਚ ਕੇ ਵੇਖੋ ਕਿ ਕੋਈ ਵੀ ਅਜਿਹਾ ਮਿੱਥਿਆ ਹੋਇਆ ਧਾਰਮਿਕ ਕੰਮ ਹੈ ਜਿਹੜਾ ਮਨੁੱਖ ਇਸ ਲਈ ਕਰਦਾ ਹੋਵੇ ਕਿ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਣ ਤੇ ਸੁੱਖ ਚਲੇ ਜਾਣ, ਜਾਂ ਕੋਈ ਹੋਰ ਉਸ ਧਾਰਮਿਕ ਕਰਮਕਾਂਡ ਦਾ ਕੋਈ ਮਕਸਦ ਹੋਵੇ। ਉਹਦਾ ਮਕਸਦ ਹਮੇਸ਼ਾ ਇਹੀ ਹੁੰਦਾ ਹੈ ਕਿ ਮੈਂ ਜੇਕਰ ਇਹ ਮਿੱਥਿਆ ਹੋਇਆ ਕੰਮ ਕਰ ਲਵਾਂ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣਗੇ, ਜਾਂ ਇੱਕ ਕਾਮਨਾ ਹੁੰਦੀ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣ, ਇਸ ਲਈ ਮੈਂ ਇਹ ਮਿੱਥਿਆ ਹੋਇਆ ਧਾਰਮਿਕ ਕੰਮ ਕਰਦਾ ਹਾਂ। ਇਹਨਾਂ ਕਾਰਨਾਂ ਕਰਕੇ ਹੀ ਸਾਰੇ ਸੰਸਾਰ ਦੇ ਵਿੱਚ ਗੁਰੂ ਜੀ ਕਹਿੰਦੇ ਕਿ ਕਾਮ ਕ੍ਰੋਧ ਪਸਰਿਆ ਹੋਇਆ ਹੈ। ਸੁੱਖਾਂ ਦੀ ਲਾਲਸਾ ਦਾ ਵਿਚਾਰ ਪਸਰਿਆ ਹੋਇਆ ਹੈ, ਦੁੱਖਾਂ ਤੋਂ ਛੁਟਕਾਰੇ ਦਾ ਵਿਚਾਰ ਜੋ ਹੈ ਪਸਰਿਆ ਹੋਇਆ ਹੈ, ਕਾਮ ਦੀ ਵਾਸਨਾ ਦਾ ਵਿਚਾਰ ਪਸਰਿਆ ਹੋਇਆ ਹੈ, ਕਿਉਂਕਿ ਕਾਮ ਦੀ ਵਾਸਨਾ ਦਾ ਆਧਾਰ ਵੀ ਸੁੱਖ ਪ੍ਰਾਪਤੀ ਹੈ। ਕ੍ਰੋਧ ਦਾ ਪਸਰਿਆ ਹੋਇਆ ਹੈ ਕਿਉਂਕਿ ਜਦੋਂ ਦੁੱਖ ਹੁੰਦੇ ਨੇ ਤਾਂ ਕ੍ਰੋਧ ਵੀ ਆਉਂਦਾ ਹੈ। ਤੇ ਇਸੇ ਤਰ੍ਹਾਂ ਹੀ ਗੁਰੂ ਜੀ ਕਹਿੰਦੇ ਕਿ ਆਏ ਜਾਏ ਦੁੱਖ ਪਾਵਣਿਆ। ਜੋ ਸੰਸਾਰ ਹੈ, ਸੰਸਾਰਿਕ ਜੋ ਜੀਵ ਨੇ, ਉਹ ਜਨਮ ਮਰਨ ਦੇ ਗੇੜ ਦੇ ਵਿੱਚ ਪੈ ਕੇ ਦੁੱਖ ਭੋਗਦੇ ਰਹਿੰਦੇ ਨੇ। ਤਰਾਸਦੀ ਦੀ ਗੱਲ ਇਹ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਵੀ ਦੇਵੀ ਦੇਵਤਿਆਂ ਦੀ ਪੂਜਾ ਤੇ ਧਾਰਮਿਕ ਕਰਮਕਾਂਡ ਬਹੁਤ ਪ੍ਰਚਲਿਤ ਸੀ। ਸਾਡੇ ਗੁਰੂ ਸਾਹਿਬਾਨਾਂ ਨੇ ਲੋਕਾਂ ਨੂੰ ਇੱਕ ਚੰਗਾ ਰਾਹ ਦਿਖਾਇਆ ਕਿ ਇਹਨਾਂ ਕਰਮਕਾਂਡਾਂ ਦੇ ਚੱਕਰਾਂ ਦੇ ਵਿੱਚ ਪੈਣ ਦਾ ਕੋਈ ਫਾਇਦਾ ਨਹੀਂ ਹੈ। ਇਹ ਸਿਰਫ ਮਿੱਥੇ ਹੋਏ ਧਾਰਮਿਕ ਕੰਮ ਨੇ, ਇਹਨਾਂ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਤੌਰ ਤੇ ਕੋਈ ਫਾਇਦਾ ਨਹੀਂ ਹੋਣਾ। ਪਰ ਅੱਜ 400-500 ਸਾਲ ਬਾਅਦ ਅਸੀਂ ਫਿਰ ਉੱਥੇ ਹੀ ਖੜ੍ਹੇ ਹਾਂ। ਅੱਜ ਦੇ ਸਮਾਜ ਵਿੱਚ ਵੀ ਪੂਜਾ ਪ੍ਰਚਲਿਤ ਹੈ, ਧਾਰਮਿਕ ਕਰਮਕਾਂਡ ਵੀ ਪ੍ਰਚਲਿਤ ਨੇ। ਗੁਰੂਆਂ ਦੀ ਜੋ ਲਹਿਰ ਸੀ ਉਸ ਨੂੰ ਵੀ ਅਸੀਂ ਧਾਰਮਿਕ ਕਰਮਕਾਂਡਾਂ ਦੇ ਵਿੱਚ ਤਬਦੀਲ ਕਰ ਲਿਆ ਹੈ।
ਜੋ ਬਾਣੀ ਸਾਨੂੰ ਮਿੱਥੇ ਹੋਏ ਧਾਰਮਿਕ ਕੰਮਾਂ ਤੋਂ ਵਰਜਦੀ ਹੈ, ਅਸੀਂ ਉਸੇ ਬਾਣੀ ਦੇ ਆਧਾਰ ਤੇ ਕਈ ਧਾਰਮਿਕ ਕੰਮ ਮਿੱਥ ਲਏ ਨੇ। ਇਹ ਸਾਡੀ ਤਰਾਸਦੀ ਹੈ। ਸਾਡੇ ਗੁਰੂਆਂ ਨੇ ਸਾਨੂੰ ਦੁੱਖਾਂ ਤੇ ਸੁੱਖਾਂ ਦੇ ਵਿੱਚ ਭੇਤ ਮਿਟਾਉਣ ਦੀ ਗੱਲ ਕੀਤੀ ਹੈ, ਗੱਲ ਸਮਝਾਈ ਹੈ ਕਿ ਦੁੱਖਾਂ ਅਤੇ ਸੁੱਖਾਂ ਨੂੰ ਵੱਖਰੇ ਕਰਕੇ ਜਾਣੋ ਹੀ ਨਾ। ਪਰ ਅਸੀਂ ਸਾਡੇ ਗੁਰੂਆਂ ਦੀਆਂ ਸਿੱਖਿਆਵਾਂ ਜੋ ਕਿ ਬਾਣੀ ਦੇ ਵਿੱਚ ਦਰਜ ਨੇ, ਬਾਣੀ ਦੇ ਰੂਪ ਵਿੱਚ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਸੀਂ ਸੁੱਖ ਪ੍ਰਾਪਤੀ ਲਈ ਹੀ ਪੜ੍ਹਦੇ ਹਾਂ। ਜਿਹੜੇ ਵੀ ਮਨੁੱਖ ਪਾਠ ਕਰਦੇ ਨੇ ਡੇਲੀ ਬੇਸਿਸ 'ਤੇ, ਤਾਂ ਪਾਠ ਕਰਨ ਉਪਰੰਤ ਉਹ ਅਰਦਾਸ ਵੀ ਕਰਦੇ ਨੇ ਕਿ ਮੇਰੀ ਜ਼ਿੰਦਗੀ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋਵੇ, ਦੁੱਖਾਂ ਤੋਂ ਅਲਾਮਤਾਂ ਤੋਂ ਮੈਂ ਬਚਿਆ ਰਵਾਂ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਹੀ ਕਰਦੇ ਹੋਣਗੇ, ਪਰ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਸੋਚ ਕੇ ਵੇਖਿਓ ਕਿ ਜੇਕਰ ਤੁਹਾਡਾ ਪਾਠ ਕਰਨ ਦਾ ਮਕਸਦ ਸਿਰਫ ਸੁੱਖਾਂ ਦੀ ਪ੍ਰਾਪਤੀ ਹੈ ਤਾਂ ਕੀ ਇਹ ਇੱਕ ਮਿੱਥਿਆ ਹੋਇਆ ਧਾਰਮਿਕ ਕੰਮ ਬਣ ਕੇ ਤਾਂ ਨਹੀਂ ਰਹਿ ਗਿਆ। ਹਾਂ, ਜੇਕਰ ਤੁਹਾਡਾ ਪਾਠ ਕਰਨ ਦਾ ਮਕਸਦ ਹੈ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਅਸਲ ਦੇ ਵਿੱਚ ਸਮਝਣਾ ਤੇ ਦੁੱਖਾਂ ਸੁੱਖਾਂ ਦੇ ਭੇਤ ਨੂੰ ਮਿਟਾਉਣਾ, ਫਿਰ ਤੁਸੀਂ ਸਹੀ ਕੰਮ ਕਰ ਰਹੇ ਹੋ। ਫਿਰ ਤੁਹਾਡਾ ਪਾਠ ਕਰਨਾ ਇੱਕ ਮਿੱਥਿਆ ਹੋਇਆ ਧਾਰਮਿਕ ਕੰਮ ਨਹੀਂ ਗਿਣਿਆ ਜਾ ਸਕਦਾ। ਜਿਸ ਤਰ੍ਹਾਂ ਕਿ ਮੈਂ ਇਹਨਾਂ ਪੰਕਤੀਆਂ ਦੇ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਹੈ, ਤੇ ਜੇਕਰ ਅਸੀਂ ਉਹ ਸਮਝ ਗਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਪ੍ਰੈਕਟੀਕਲ ਤੌਰ 'ਤੇ ਤਬਦੀਲੀ ਆ ਸਕਦੀ ਹੈ। ਤੇ ਮੈਂ ਉਮੀਦ ਕਰਦਾ ਕਿ ਤੁਸੀਂ ਇਹਨਾਂ ਪੰਕਤੀਆਂ ਦੇ ਰਾਹੀਂ ਜੋ ਗੱਲ ਗੁਰੂ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਮਝ ਗਏ ਹੋਵੋਗੇ।